हाँ जी, गुड मॉर्निंग स्टूडेंट्स। सो ਅੱਜ ਅਸੀਂ ਸਟਾਰਟ ਕਰਾਂਗੇ ਆਪਣਾ ਨੈਕਸਟ ਲੈਕਚਰ that is electrolyte and its strength। ਸੋ ਹਾਲੇ ਤੱਕ ਆਪਾਂ ਸਟੱਡੀ ਕੀਤਾ ਸੈਕੰਡ ਚੈਪਟਰ ਦੇ ਵਿੱਚ ਲੈਡ ਐਸਿਡ ਬੈਟਰੀ ਕੀ ਹੁੰਦੀ ਹੈ, ਕੰਸਟਰਕਸ਼ਨ ਡਿਟੇਲ ਆਫ ਲੈਡ ਐਸਿਡ ਬੈਟਰੀ, वर्किंग प्रिंसिपल ऑफ लेड एसिड बैटरी, टाइप्स ऑफ बैटरीज। ठीक है, सो अज स्टडी करांगे इलैक्ट्रोलाइट एंड इट्स स्ट्रेंथ, प्लेट्स का की इफैक्ट पैंदा है बैटरी के उपर, टैंपरेचर का की इफैक्ट पैंदा है बैटरी के उपर। सो ये सारे टॉपिक्स अज स्टडी करांगे। सो वट इज़ इलैक्ट्रोलाइट? सानू सारिਆਂ ਨੂੰ पता ही है कि ਆਪਾਂ बैटरी ਦੇ ਵਿੱਚ H2SO4 सल्फ्यूरिक एसिड इलैक्ट्रोलाइट यूज़ करते हैं लैड एसिड बैटरी ਦੇ ਵਿੱਚ। ठीक है, सो सल्फ्यूरिक एसिड ਦੇ ਨਾਲ ਆਪਾਂ डिस्टिल्ड वाटर यूज़ करते हैं 60-40 ਦੀ ਰੇਸ਼ੋ ਦੇ ਵਿੱਚ। सो इलैक्ट्रोलाइट ਤੇ ਉਹਦੀ स्ट्रेंथ ਕੀ ਹੈਗੀ ਹੈ? ठीक है, सो इलैक्ट्रोलाइट यूज्ड in the lead acid battery is dilute sulfuric acid H2SO4. It is a mixture of sulfuric acid and distilled water. Sulfuric acid for batteries is available in different grades. It is a heavy transparent liquid with no odor and easily soluble in water. ठीक है, ਜਿਹੜਾ सल्फ्यूरिक acid ਆ ਇੱਕ ਤਾਂ ਉਹ ट्रांसपेरेंट ਹੁੰਦਾ ਆ ਤੇ ਉਹਦੀ ਕੋਈ ਸਮੈਲ ਨਹੀਂ ਹੁੰਦੀ, ਕੋਈ ਉਹਦੀ ਆਰਡਰ ਨਹੀਂ ਹੁੰਦੀ ਤੇ ਵਾਟਰ ਦੇ ਵਿੱਚ ਈਜ਼ੀਲੀ ਮਿਕਸ ਹੋ ਜਾਂਦਾ ਹੈ। Strong electrolyte with light density is used in automobile batteries। ठीक है, सो ਜਿਹੜਾ ਆਪਾਂ इलैक्ट्रोलाइट बैटरीज ਦੇ ਵਿੱਚ यूज़ ਕਰਦੇ ਹਾਂ ਉਹ ਲਾਈਟ ਡੈਂਸਿਟੀ ਦਾ ਹੁੰਦਾ, ਯਾਨੀ ਕਿ ਉਹਦੀ ਡੈਂਸਿਟੀ ਘੱਟ ਹੁੰਦੀ ਆ। ਵੋਲਟੇਜ ਆਫ ਬੈਟਰੀ ਇਜ਼ ਅਫੈਕਟਡ ਬਾਈ ਦੀ ਸਟਰੈਂਥ ਆਫ ਇਲੈਕਟ੍ਰੋਲਾਈਟ। ਸੋ ਜਿਹੜੀ ਬੈਟਰੀ ਦੀ ਵੋਲਟੇਜ ਆ ਉਹ ਕਾਫੀ ਇਫੈਕਟ ਕਰਦੀ ਆ ਜਿਹੜੀ ਇਲੈਕਟ੍ਰੋਲਾਈਟ ਦੀ ਸਟਰੈਂਥ ਦੇ ਅਕੋਰਡਿੰਗ। किस तरह करती है ਆਪਾਂ लास्ट ਲੈਕਚਰ ਦੇ ਵਿੱਚ ਸਟੱਡੀ ਕੀਤਾ ਸੀਗਾ ਵਰਕਿੰਗ ਪ੍ਰਿੰਸੀਪਲ ਆਫ ਲੈਡ ਐਸਿਡ ਬੈਟਰੀ। ਉਹਦੇ ਵਿੱਚ ਦੇਖਿਆ ਜਦੋਂ ਕਿ ਬੈਟਰੀ ਨੂੰ ਆਪਾਂ ਚਾਰਜ ਕਰਦੇ ਪਏ ਹਾਂ, ਠੀਕ ਹੈ, ਆਪਾਂ ਬੈਟਰੀ ਫੁੱਲੀ ਚਾਰਜਡ ਹੈਗੀ ਆ ਤਾਂ ਜਿਹੜਾ ਇਲੈਕਟ੍ਰੋਲਾਈਟ ਸੋਲੂਸ਼ਨ ਹੈਗਾ ਬੈਟਰੀ ਦੇ ਵਿੱਚ ਉਹ 60-40 ਦੀ ਰੇਸ਼ੋ ਦੇ ਵਿੱਚ ਹੁੰਦਾ, ਯਾਨੀ ਕਿ 60% ਡਿਸਟਿਲਡ ਵਾਟਰ 40% ਸਲਫਿਊਰਿਕ ਐਸਿਡ। ਸੋ ਇਹ 60-40 ਦੀ ਰੇਸ਼ੋ ਬੈਸਟ ਆ ਜਿਹਦੇ ਉੱਪਰ ਬੈਟਰੀ ਸਭ ਤੋਂ ਜ਼ਿਆਦਾ ਵਧੀਆ ਐਫੀਸ਼ੀਐਂਸੀ ਦਿੰਦੀ ਹੈ। ਬੈਟਰੀ ਦੀ ਜਿਹੜੀ ਇਲੈਕਟ੍ਰੀਕਲ ਆਊਟਪੁੱਟ ਦੀ ਐਫੀਸ਼ੀਐਂਸੀ ਸਭ ਤੋਂ ਜ਼ਿਆਦਾ ਹੁੰਦੀ ਹੈ। ਸੋ ਜਦੋਂ ਆਪਾਂ ਬੈਟਰੀ ਨੂੰ ਡਿਸਚਾਰਜ ਹੋਣਾ ਸਟਾਰਟ ਹੋ ਜਾਂਦੀ ਹੈ, ਬੈਟਰੀ ਨੂੰ ਆਪਾਂ ਯੂਜ਼ ਕਰਨਾ ਸਟਾਰਟ ਕਰ ਦਿੰਦੇ ਹਾਂ, ਜਿਹੜਾ ਸਲਫਿਊਰਿਕ ਐਸਿਡ ਦੀ ਕੰਸਨਟ੍ਰੇਸ਼ਨ ਆ ਉਹ ਘਟਣ ਲੱਗ ਪੈਂਦੀ ਹੈ। ਠੀਕ ਹੈ, ਆ ਸੈਕਿੰਡ ਡਾਇਗਰਾਮ 'ਚ ਤੁਸੀਂ ਦੇਖਦੇ ਆ ਸਲਫਿਊਰਿਕ ਐਸਿਡ ਦੀ ਕੰਸਨਟ੍ਰੇਸ਼ਨ ਡਿਕਰੀਜ਼ ਹੋਣ ਲੱਗ ਪਈ ਹੈ, ਵਾਟਰ ਲੈਵਲ ਵਧਣ ਲੱਗ ਪਿਆ। ਠੀਕ ਆ, ਸੋ ਇਸ ਕੰਡੀਸ਼ਨ ਦੇ ਵਿੱਚ ਜਿਹੜੀ ਬੈਟਰੀ ਦੀ ਐਫੀਸ਼ੀਐਂਸੀ ਆ ਘਟਣ ਲੱਗ ਪੈਂਦੀ ਆ। ਸੋ ਜਦੋਂ ਬੈਟਰੀ ਪੂਰੀ ਤਰ੍ਹਾਂ ਡੈਡ ਹੋ ਜਾਂਦੀ ਆ ਤਾਂ ਉਸ ਟਾਈਮ ਜਿਹੜਾ ਇਲੈਕਟ੍ਰੋਲਾਈਟ ਦੀ ਸਟਰੈਂਥ ਆ ਬਿਲਕੁਲ ਨਹੀਂ ਰਹਿੰਦੀ। ਠੀਕ ਆ, ਬੈਟਰੀ ਪੂਰੀ ਤਰ੍ਹਾਂ ਡੈਡ ਹੋ ਗਈ, ਬਿਲਕੁਲ ਖਤਮ ਹੋ ਗਿਆ ਚਾਰਜ ਬੈਟਰੀ ਦਾ, ਤੇ ਇਲੈਕਟ੍ਰੋਲਾਈਟ ਦੀ ਸਟਰੈਂਥ ਬਿਲਕੁਲ ਨਹੀਂ ਰਹੀ। ਸੋ ਉਹਦੇ ਕਰਕੇ ਕੀ ਹੁੰਦਾ ਆ ਕਿ ਜਿਹੜਾ ਬੈਟਰੀ ਬਿਲਕੁਲ ਵੋਲਟੇਜ ਪ੍ਰੋਡਿਊਸ ਨਹੀਂ ਕਰਦੀ। ਠੀਕ ਹੈ, ਸੋ ਜਿਸ ਤਰ੍ਹਾਂ ਸਲਫਿਊਰਿਕ ਐਸਿਡ ਦੀ ਕੰਸਨਟ੍ਰੇਸ਼ਨ ਘਟੀ ਜਾਏਗੀ ਇਲੈਕਟ੍ਰੋਲਾਈਟ ਦੇ ਵਿੱਚ, ਠੀਕ ਹੈ, ਇਲੈਕਟ੍ਰੋਲਾਈਟ ਇੱਕ ਸੋਲੂਸ਼ਨ ਆ ਪਾਣੀ ਤੇ ਸਲਫਿਊਰਿਕ ਐਸਿਡ ਦਾ। ਸੋ ਜਿਸ ਤਰ੍ਹਾਂ ਪਾਣੀ ਦੀ ਜਿਹੜੀ ਮਾਤਰਾ ਹੈ ਉਹ ਵਧੀ ਜਾਏਗੀ, ਸਲਫਿਊਰਿਕ ਐਸਿਡ ਦੀ ਮਾਤਰਾ ਘਟੀ ਜਾਏਗੀ, ਤਾਂ ਕੀ ਹੋਏਗਾ, ਜਿਹੜੀ ਵੋਲਟੇਜ ਪੈਦਾ ਕਰਨ ਦੀ ਪਾਵਰ ਆ ਬੈਟਰੀ ਦੀ ਉਹ ਘਟ ਜਾਏਗੀ। ਠੀਕ ਹੈ, ਸੋ ਜਿਹੜਾ ਇਲੈਕਟ੍ਰੋਲਾਈਟ ਦੀ ਸਟਰੈਂਥ ਆ ਜਦੋਂ ਉਹ ਘਟ ਗਈ, ਸੋ ਜਿਹੜਾ ਸਾਡਾ ਵੋਲਟੇਜ ਪ੍ਰੋਡਿਊਸ ਕਰਨ ਦੀ ਪਾਵਰ ਆ ਬੈਟਰੀ ਦੀ ਉਹ ਵੀ ਰਿਡਿਊਸ ਹੋ ਗਈ। ਠੀਕ ਹੈ, ਸੋ ਇਹ ਇਲੈਕਟ੍ਰੋਲਾਈਟ ਦੀ ਸਟਰੈਂਥ ਦੇ ਉੱਪਰ ਬਹੁਤ ਕੁਝ ਡਿਪੈਂਡ ਕਰਦਾ ਹੈ ਇੱਕ ਬੈਟਰੀ ਦਾ। ਠੀਕ ਹੈ, ਸੋ strength of electrolyte means its density or specific gravity। ਸੋ ਜਦੋਂ ਆਪਾਂ ਸਟਰੈਂਥ ਦੀ ਗੱਲ ਕਰਦੇ ਪਏ ਹਾਂ ਕਿਸੇ ਬੈਟਰੀ ਦੀ, ਉਹਦਾ ਮਤਲਬ ਹੈਗਾ ਕਿ ਉਹਦੀ ਡੈਂਸਿਟੀ ਕਿੰਨੀ ਆ ਤੇ ਉਹਦੀ ਸਪੈਸੀਫਿਕ ਗ੍ਰੈਵਿਟੀ ਕਿੰਨੀ ਆ। ਠੀਕ ਹੈ, ਦੋ ਚੀਜ਼ਾਂ ਆ। ਜਦੋਂ ਆਪਾਂ ਕਿਸੇ ਵੀ ਬੈਟਰੀ ਦੀ ਚਾਰਜਿੰਗ ਜਾਂ ਡਿਸਚਾਰਜਿੰਗ ਕੰਡੀਸ਼ਨ ਚੈੱਕ ਕਰਨੀ ਹੋਵੇ, ਆਪਾਂ ਇੱਕ ਟੈਸਟ ਕਰਦੇ ਹਾਂ, ਦੈਟ ਇਜ਼ ਹਾਈਡਰੋਮੀਟਰ ਟੈਸਟ। ਠੀਕ ਹੈ, ਇਹ ਨੈਕਸਟ ਟੌਪਿਕ ਆ ਤੁਹਾਡੇ ਲੈਕਚਰ ਦਾ, ਕੱਲ ਆਪਾਂ ਕਰਾਂਗੇ ਹਾਈਡਰੋਮੀਟਰ ਟੈਸਟ। ਠੀਕ ਹੈ, ਉਹਦੇ ਵਿੱਚ ਆਪਾਂ ਕੀ ਚੈੱਕ ਕਰਦੇ ਹਾਂ, ਜਿਹੜਾ ਇਲੈਕਟ੍ਰੋਲਾਈਟ ਸੋਲੂਸ਼ਨ ਹੈਗਾ ਬੈਟਰੀ ਦੇ ਵਿੱਚ ਉਹਦੀ ਕਿੰਨੀ ਸਪੈਸੀਫਿਕ ਗ੍ਰੈਵਿਟੀ ਹੈ, ਡੈਂਸਿਟੀ ਕਿੰਨੀ ਹੈ। ਠੀਕ ਹੈ, ਸੋ ਉਹਦੇ ਉੱਪਰ ਸਾਰਾ ਕੁਝ ਡਿਪੈਂਡ ਕਰੇਗਾ। ਜੇ ਉਹ ਡੈਂਸਿਟੀ ਜ਼ਿਆਦਾ ਆ, ਸਪੈਸੀਫਿਕ ਗ੍ਰੈਵਿਟੀ ਜ਼ਿਆਦਾ ਹੈ, ਤਾਂ ਯਾਨੀ ਕਿ ਬੈਟਰੀ ਦੀ ਜਿਹੜੀ ਵੋਲਟੇਜ ਪੈਦਾ ਕਰਨ ਦੀ ਪਾਵਰ ਉਹ ਜ਼ਿਆਦਾ ਆ। ਜੇ ਘੱਟ ਆ ਤਾਂ ਯਾਨੀ ਕਿ ਬੈਟਰੀ ਦੀ ਵੋਲਟੇਜ ਪੈਦਾ ਕਰਨ ਦੀ ਪਾਵਰ ਘੱਟ ਆ। ਠੀਕ ਹੈ,
In fully charged battery, the specific gravity of electrolyte reach to a maximum of about 1.280 ਜਾਂ 1280 ਆਪਾਂ ਇਹਨੂੰ ਕਹਿ ਦਿੰਦੇ ਸਿੰਪਲ ਲੈਂਗੁਏਜ ਦੇ ਵਿੱਚ। ਸੋ 1280 ਜਿਹੜੀ ਇੱਕ ਵੈਲਿਊ ਹੈਗੀ ਆ, ਇਹ ਹੈਗੀ ਆ ਬੈਟਰੀ ਦੀ ਪੂਰੀ ਤਰ੍ਹਾਂ ਚਾਰਜ ਕੰਡੀਸ਼ਨ ਦੇ ਵਿੱਚ। ਜਿਹੜਾ ਇਲੈਕਟ੍ਰੋਲਾਈਟ ਸੋਲੂਸ਼ਨ ਆ ਉਹਦੀ ਇਹ ਸਪੈਸੀਫਿਕ ਗ੍ਰੈਵਿਟੀ ਆ, ਠੀਕ ਆ। ਸੋ ਸਪੈਸੀਫਿਕ ਗ੍ਰੈਵਿਟੀ ਆਫ ਫੁੱਲੀ ਚਾਰਜ ਬੈਟਰੀ ਇਜ਼ 1.280, ਠੀਕ ਹੈ, ਸਪੈਸੀਫਿਕ ਗ੍ਰੈਵਿਟੀ ਦੀ ਵੈਲਿਊ ਹੈ। ਤੇ ਜਦੋਂ ਬੈਟਰੀ ਪੂਰੀ ਤਰ੍ਹਾਂ ਡਿਸਚਾਰਜ ਹੋ ਗਈ ਉਸ ਟਾਈਮ ਤੇ ਉਹਦੀ ਕਿੰਨੀ ਵੈਲਿਊ ਆ 1.125, ਠੀਕ ਹੈ। 1125 ਜੇ ਤੁਹਾਨੂੰ ਹਾਈਡਰੋਮੀਟਰ ਦੇ ਇਕਵਿਪਮੈਂਟ ਤੇ ਸ਼ੋ ਹੋ ਰਹੀ ਹੈ ਵੈਲਿਊ ਸਪੈਸੀਫਿਕ ਗ੍ਰੈਵਿਟੀ ਦੀ, ਉਹਦਾ ਮਤਲਬ ਹੈਗਾ ਕਿ ਜਿਹੜੀ ਤੁਹਾਡੀ ਬੈਟਰੀ ਹੈ, ਹਾਂਜੀ, ਸੋ ਜਦੋਂ ਬੈਟਰੀ ਪੂਰੀ ਤਰ੍ਹਾਂ ਡਿਸਚਾਰਜ ਹੈਗੀ, ਯਾਨੀ ਕਿ ਬੈਟਰੀ ਦੇ ਵਿੱਚ ਬਿਲਕੁਲ ਵੀ ਪਾਵਰ ਨਹੀਂ ਹੈਗੀ, ਆਪਾਂ ਯੂਜ਼ ਕਰ ਲਈ ਸਾਰੀ ਪਾਵਰ, ਉਸ ਟਾਈਮ ਤੇ ਜਿਹੜੀ ਇਲੈਕਟ੍ਰੋਲਾਈਟ ਦੀ ਸਪੈਸੀਫਿਕ ਗ੍ਰੈਵਿਟੀ ਆ ਉਹ 1125 ਰਹਿ ਜਾਂਦੀ ਆ। ਸੋ ਅਗਰ ਸਾਨੂੰ ਹਾਈਡਰੋਮੀਟਰ ਦੇ ਵਿੱਚ 1125 ਰੀਡਿੰਗ ਸ਼ੋ ਹੋ ਰਹੀ ਹੈ, ਯਾਨੀ ਕਿ ਬੈਟਰੀ ਬਿਲਕੁਲ ਡੈਡ ਹੈਗੀ ਆ। ਉਹਦਾ ਸਿੰਪਲ ਮੀਨਿੰਗ ਆ ਕਿ ਉਹਦੀ ਡੈਂਸਿਟੀ ਘਟ ਚੁੱਕੀ ਆ ਸਲਫਿਊਰਿਕ ਐਸਿਡ ਦੀ, ਪਾਣੀ ਵੱਧ ਚੁੱਕਾ ਹੈ ਤੇ ਸਲਫਿਊਰਿਕ ਐਸਿਡ ਘਟ ਚੁੱਕਾ ਹੈ, ਠੀਕ ਹੈ। ਸੋ ਇਲੈਕਟ੍ਰੋਲਾਈਟ ਸਟਰੈਂਥ has a charge condition as compared to discharge condition. When battery is in service, the electrolyte gradually loses strength during discharging, ठीक है, due to more water depletion. So ये सारा कुछ वही लिखा कि ਜਦੋਂ ਆਪਾਂ ਬੈਟਰੀ ਨੂੰ ਯੂਜ਼ ਕਰਨਾ ਸਟਾਰਟ ਕਰ ਦਿੰਦੇ ਆ ਤੇ ਜਿਹੜਾ ਇਲੈਕਟ੍ਰੋਲਾਈਟ ਆ ਉਹ ਉਹਦੀ ਡੈਂਸਿਟੀ ਘਟ ਜਾਂਦੀ ਆ, ਕਿਉਂਕਿ ਪਾਣੀ ਦੀ ਮਾਤਰਾ ਵੱਧ ਜਾਂਦੀ ਆ ਤੇ ਸਲਫਿਊਰਿਕ ਐਸਿਡ ਦੀ ਮਾਤਰਾ ਘਟ ਜਾਂਦੀ ਆ, ਠੀਕ ਹੈ। ਸੋ ਇਲੈਕਟ੍ਰੋਲਾਈਟ ਦੀ ਸਟਰੈਂਥ ਦੇ ਅਕੋਰਡਿੰਗ ਹੀ ਜਿਹੜੀ ਵੋਲਟੇਜ ਪੈਦਾ ਕਰਨ ਦੀ ਪਾਵਰ ਆ ਉਹ ਡਿਪੈਂਡ ਕਰਦੀ ਹੈ ਇਲੈਕਟ੍ਰੋਲਾਈਟ ਦੀ ਸਟਰੈਂਥ ਦੇ ਉੱਪਰ, ਠੀਕ ਹੈ। ਸੋ ਨੈਕਸਟ ਟੌਪਿਕ ਇਜ਼ ਇਫੈਕਟ ਆਫ ਐਡਿਡ ਪਲੇਟ ਏਰੀਆ, ਠੀਕ ਹੈ, ਕਿ ਆਪਾਂ ਕਿਸੇ ਬੈਟਰੀ ਦੇ ਵਿੱਚ ਜੇ ਪਲੇਟ ਏਰੀਆ ਜ਼ਿਆਦਾ, ਜਿਹੜੀ ਆਪਾਂ ਪੋਜ਼ਿਟਿਵ ਤੇ ਨੈਗੇਟਿਵ ਪਲੇਟਸ ਯੂਜ਼ ਕਰਦੇ ਆ, ਉਹਨਾਂ ਦੇ ਅਕੋਰਡਿੰਗ ਬੈਟਰੀ ਦੇ ਕੀ ਇਫੈਕਟ ਪੈਂਦਾ ਆ ਜੇ ਉਹਨਾਂ ਦਾ ਏਰੀਆ ਆਪਾਂ ਪਲੇਟਸ ਦਾ ਵਧਾ ਦਈਏ। ਇਹ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਸੀਗਾ ਕਿ ਜਿਹੜੀ ਪਲੇਟਸ ਆਪਾਂ ਯੂਜ਼ ਕਰਦੇ ਹਾਂ ਸਪੰਜੀ ਲੈਡ ਐਂਡ ਲੈਡ ਪਰਆਕਸਾਈਡ, ਠੀਕ ਹੈ, ਨੈਗੇਟਿਵ ਪਲੇਟ ਹੁੰਦੀ ਹੈ ਇੱਕ ਪੋਜ਼ਿਟਿਵ ਪਲੇਟ ਹੁੰਦੀ ਹੈ, ਇੱਕ ਸਪੰਜੀ ਲੈਡ, ਇੱਕ ਲੈਡ ਪੈਰਆਕਸਾਈਡ ਹੁੰਦਾ ਹੈ। ਸੋ ਉਹਦੇ ਵਿੱਚ ਜੇ ਆਪਾਂ ਪਲੇਟਾਂ ਦਾ ਸਾਈਜ਼ ਇਨਕਰੀਜ਼ ਕਰ ਦਈਏ, ਪਲੇਟਾਂ ਵੱਡੀਆਂ ਯੂਜ਼ ਕਰੀਏ ਤੇ ਸਾਡੀ ਜਿਹੜੀ ਬੈਟਰੀ ਦੀ ਪਾਵਰ ਆਊਟਪੁੱਟ ਆ ਉਹ ਜ਼ਿਆਦਾ ਹੋ ਜਾਏਗੀ, ਠੀਕ ਹੈ। ਸੋ ਪਲੇਟਾਂ ਦੇ ਏਰੀਏ ਦੇ ਉੱਪਰ ਹੀ ਬੈਟਰੀ ਦੀ ਜਿਹੜੀ ਪਾਵਰ ਆਊਟਪੁੱਟ ਆ ਡਿਪੈਂਡ ਕਰਦੀ ਹੈ। ਜੇ ਘੱਟ ਪਲੇਟਾਂ ਹੋਣਗੀਆਂ, ਛੋਟੀਆਂ ਪਲੇਟਾਂ ਹੋਣਗੀਆਂ, ਉਹ ਬੈਟਰੀ ਘੱਟ ਵੋਲਟੇਜ ਪ੍ਰੋਡਿਊਸ ਕਰੇਗੀ। ਇਸੇ ਤਰ੍ਹਾਂ ਅਗਰ ਵੱਡੀਆਂ ਪਲੇਟਾਂ ਹੋਣਗੀਆਂ ਤਾਂ ਬੈਟਰੀ ਜਿਹੜਾ ਆ ਵੋਲਟੇਜ ਜ਼ਿਆਦਾ ਪ੍ਰੋਡਿਊਸ ਕਰੇਗੀ, ਠੀਕ ਹੈ। So an automobile battery is used to provide direct current to various circuits and act as voltage stabilizer. In lead acid battery, the electrochemical action takes place when active material come in contact with electrolyte. It is well known that more the active material, more will be the electrochemical action. So active material ਸਾਡੀ ਬੈਟਰੀ ਦੇ ਵਿੱਚ ਹੈਗੇ ਆ, ਜਿਹੜੀਆਂ ਪਲੇਟਾਂ ਯੂਜ਼ ਹੁੰਦੀਆਂ, ਇੱਕ ਨੈਗੇਟਿਵ ਇੱਕ ਪੋਜ਼ਿਟਿਵ। ਸੋ ਜਿੰਨੇ ਜ਼ਿਆਦਾ ਐਕਟਿਵ ਮਟੀਰੀਅਲ ਹੋਣਗੇ, ਯਾਨੀ ਕਿ ਜਿੰਨੀਆਂ ਜ਼ਿਆਦਾ ਪਲੇਟਾਂ ਹੋਣਗੀਆਂ ਉਨਾ ਹੀ ਵਧੀਆ ਕੈਮੀਕਲ ਰਿਐਕਸ਼ਨ ਹੋਊਗਾ। ਸੋ ਜਿੰਨਾ ਵਧੀਆ ਕੈਮੀਕਲ ਰਿਐਕਸ਼ਨ ਹੋਊਗਾ ਉਨਾ ਹੀ ਜ਼ਿਆਦਾ ਜਿਹੜੀ ਸਾਡੀ ਪਾਵਰ ਆਊਟਪੁੱਟ ਆ ਉਹ ਇਨਕਰੀਜ਼ ਹੋਏਗੀ। This increase the current of the battery from the fact that additional plates increase the surface area of active material, resulting in more chemical action between electrolyte and active material, ठीक है। सो पता ही है ਤੁਹਾਨੂੰ H2SO4 ਜਿਹੜਾ ਇਲੈਕਟ੍ਰੋਲਾਈਟ ਆ ਤੇ ਜਿਹੜਾ ਲੈਡ ਤੇ ਲੈਡ ਪੈਰੋਕਸਾਈਡ ਆ, ਇਹ ਤਿੰਨਾਂ ਦੇ ਵਿੱਚ ਜਿਹੜਾ ਕੈਮੀਕਲ ਰਿਐਕਸ਼ਨ ਹੈ ਇਨਕਰੀਜ਼ ਕਰ ਜੂਗਾ ਕਿਉਂਕਿ ਪਲੇਟਾਂ ਦਾ ਏਰੀਆ ਜ਼ਿਆਦਾ ਆ। ਸੋ ਇਹਦੇ ਨਾਲ ਜਿਹੜਾ ਕਰੰਟ ਜਿਹੜਾ ਜ਼ਿਆਦਾ ਪ੍ਰੋਡਿਊਸ ਹੋਊਗਾ, ਠੀਕ ਹੈ। ਸੋ ਇਹ ਹੈਗਾ ਤੁਹਾਡਾ ਇਫੈਕਟ ਪਲੇਟਸ ਦਾ, ਪਲੇਟ ਦੇ ਏਰੀਏ ਦਾ, ਨੰਬਰ ਆਫ ਪਲੇਟਸ ਦਾ, ਠੀਕ ਹੈ। ਨੈਕਸਟ ਹੈ ਹੁਣ ਟੌਪਿਕ ਇਫੈਕਟ ਆਫ ਟੈਂਪਰੇਚਰ, ਕਿ ਟੈਂਪਰੇਚਰ ਦਾ ਕੀ ਇਫੈਕਟ ਪੈਂਦਾ ਹੈਗਾ ਆ ਕਿਸੇ ਵੀ ਬੈਟਰੀ ਦੇ ਉੱਪਰ। The electrolyte used in lead acid battery is dilute sulfuric acid with specific gravity of 1280 at slide area. The specific gravity of the electrolyte change with the temperature. So ਜਿਹੜੀ ਬੈਟਰੀ ਦੀ ਇਲੈਕਟ੍ਰੋਲਾਈਟ ਸਟਰੈਂਥ ਹੈਗੀ ਆ, ਜਿਹਨੂੰ ਆਪਾਂ ਮੇਜਰ ਕਰਦੇ ਆ, ਜਿਹੜਾ ਵਿੱਚ ਲਿਕੁਇਡ ਹੈਗਾ, ਸੋਲੂਸ਼ਨ ਹੈਗਾ ਆ, ਉਹਦੀ ਜਿਹੜੀ ਗ੍ਰੈਵਿਟੀ ਆ, ਸਪੈਸੀਫਿਕ ਗ੍ਰੈਵਿਟੀ, ਉਹ ਚੇਂਜ ਹੁੰਦੀ ਰਹਿੰਦੀ ਹੈ ਟੈਂਪਰੇਚਰ ਦੇ ਨਾਲ। ਕਿਉਂ ਚੇਂਜ ਹੁੰਦੀ ਹੈ ਤੇ ਉਹਦੇ ਨਾਲ ਕੀ ਇਫੈਕਟ ਪੈਂਦਾ ਆ? The electrolyte expand at higher temperature and lose its specific gravity.
ਸੋ ਜਦੋਂ ਆਪਾਂ ਕਿਸੇ ਵੀ ਬੈਟਰੀ ਨੂੰ ਹਾਈ ਟੈਂਪਰੇਚਰ ਦੇ ਵਿੱਚ ਰੱਖਦੇ ਆ, ਯਾਨੀ ਕਿ ਜਿਹੜਾ ਉਹਦੇ ਆਲੇ ਦੁਆਲੇ ਦਾ ਟੈਂਪਰੇਚਰ ਆ ਉਹ ਬਹੁਤ ਜ਼ਿਆਦਾ ਆ, ਤਾਂ ਉਹਦੇ ਨਾਲ ਕੀ ਹੁੰਦਾ, ਜਿਹੜਾ ਇਲੈਕਟ੍ਰੋਲਾਈਟ ਦੇ ਵਿੱਚ ਸੋਲੂਸ਼ਨ ਹੈਗਾ ਆ ਉਹਦੀ ਡੈਂਸਿਟੀ ਘਟ ਜਾਂਦੀ ਹੈ, ਯਾਨੀ ਕਿ ਉਹਦੀ ਸਪੈਸੀਫਿਕ ਗ੍ਰੈਵਿਟੀ ਘਟ ਜਾਂਦੀ ਹੈ। ਠੀਕ ਹੈ, ਚਾਹੇ ਉਹ ਪੂਰੀ ਤਰ੍ਹਾਂ ਚਾਰਜ ਕੰਡੀਸ਼ਨ ਦੇ ਵਿੱਚ। ਸੋ ਅਗਰ ਉਹ ਜਿਹੜੀ ਡੈਂਸਿਟੀ ਘਟ ਗਈ, ਉਹਦੇ ਨਾਲ ਕੀ ਆ, ਜਿਹੜੀ ਉਹਦੀ ਪਾਵਰ ਆਊਟਪੁੱਟ ਪੈਦਾ ਕਰਨ ਦੀ ਪਾਵਰ ਹੈਗੀ ਆ ਉਹ ਘਟ ਜਾਣੀ। ਸੋ ਜਦੋਂ ਵੀ ਆਪਾਂ ਕਿਸੇ ਬੈਟਰੀ ਦੀ ਰੀਡਿੰਗ ਲੈਣੀ ਆ, ਸੋ ਆਪਾਂ ਧਿਆਨ ਰੱਖਣਾ ਕਿ ਜਿਹੜਾ ਉਹਦਾ ਟੈਂਪਰੇਚਰ ਆ ਉਹ ਰੂਮ ਟੈਂਪਰੇਚਰ ਹੋਵੇ, ਯਾਨੀ ਕਿ 26-27 ਡਿਗਰੀ ਟੈਂਪਰੇਚਰ ਹੋਵੇ। ਜੇ ਜ਼ਿਆਦਾ ਟੈਂਪਰੇਚਰ ਹੋਊਗਾ ਤਾਂ ਜਿਹੜੀ ਉਹਦੀ ਸਪੈਸੀਫਿਕ ਗ੍ਰੈਵਿਟੀ ਦੀ 1280 ਦੀ ਰੀਡਿੰਗ ਹੈਗੀ ਆ ਉਹ ਘੱਟ ਆਏਗੀ। ਠੀਕ ਹੈ, ਸੋ ਇਹ ਹਮੇਸ਼ਾ ਯਾਦ ਰੱਖਣਾ ਹੈ ਕਿ ਉਹ ਟੈਂਪਰੇਚਰ ਜਿਹੜਾ ਹੈਗਾ ਹਮੇਸ਼ਾ ਉਹਦਾ ਘੱਟ ਹੋਵੇ। ਠੀਕ ਹੈ, at higher temperature the chemical action also become fast, with the result voltage across the battery terminal also increase, but at lower temperature the chemical action becomes lower and voltage across battery terminal also drop। ठीक है, सो ये सीगा इफेक्ट ऑफ टेंपरेचर। नैक्सट है हुण साडा टाइप्स ऑफ बैटरी। ठीक है, किन्नी तरह दी बैटरीज हैगियां अकॉर्डिंग टू इलैक्ट्रोलाइट सोल्यूशन। सो पहली हैगी आ वैट चार्जड बैटरी, सैकेंड हैगी आ ड्राई चार्ज बैटरी, थर्ड हैगी लो मेंटेनेंस बैटरी एंड लास्ट हैगी आ मेंटेनेंस फ्री बैटरी। सो वैट चार्ज बैटरी किहड़ियां जिहड़ियां आपां नॉर्मल घरां दे विच यूज़ करदे हां, लैड एसिड बैटरी। ठीक है, जिहदे विच आपां इलैक्ट्रोलाइट सोल्यूशन पाने हैगे आ, पानी ते सल्फ्यूरिक एसिड। ठीक है, ये सानू बार बार उहदे विच पानी पाउणा पैंदा है क्योंकि पानी जिहड़ा है इवैपोरेट हो जाता है। नैक्सट हैगी ड्राई चार्ज बैटरी। ड्राई चार्ज बैटरी किहड़ी हुंदी है कि जदों ये बैटरीज बनदियां इन्हां दे विच कोई सोल्यूशन पा के नहीं भेजा जाता। ठीक है, तो जदों आपां बैटरी नूं असैंबल करना है तो इहनूं चंगी तरह सील कर दिता जाता है। ठीक है, तो इहदे विच जिहड़ा फिर सोल्यूशन जिहड़ा पाया जाता है वो काफ़ी टाइम तक आपां यूज़ कर सकते हैं। ठीक है, it will remain charged during sealing and can be stored for a long time in any environment because no self-discharging could occur in the absence of electrolyte। A dry charge battery is put into service by removing the sealing and adding the electrolyte। If required, charging can be done। So अगर आपां जिहड़ी नॉर्मल साडे घरां दे विच लैड एसिड बैटरी आ, आपां ਉਹ ਲੈ ਕੇ आ गए घरे। ठीक है, आपां एक बार यूज़ कर ली। ठीक है, एक दिन आपां बैटरी चला ली, उस तो बाद अगर आप बैटरी नूं बिल्कुल भी यूज़ नहीं करांगे, ठीक है, उन्हें तां भी 4-5 साल बाद डैड हो जाना। क्यों? क्योंकि जिहड़ा सोल्यूशन हैगा एक बार एक्टिवेट हो गया, उस तो बाद वो हल्का बिल्कुल स्लो प्रोसैस दे विच कैमिकल रिएक्शन करता रहेगा। सो बैटरी जिहड़ी लाइफ आ घटदी रहेगी। बट जिहड़ी ड्राई चार्ज बैटरी है इहदे विच जदों आपां बैटरी नूं प्रॉपर यूज़ करना है, आपां उदों ही इहदे विच सोल्यूशन पाने आ। पिछों जदों मैन्युफैक्चर होके आउणी है बैटरी, उदों यह बिल्कुल इलैक्ट्रोलाइट तो बिना होनी है। ठीक है, उहदे विच सोल्यूशन कोई नहीं होना। ठीक है, सो ये सीगी वैट चार्ज बैटरी एंड ड्राई चार्ज बैटरी। नैक्सट है लो मेंटेनेंस बैटरी। लो मेंटेनेंस बैटरी वो हुंदी है जिहदे विच सानूं जिहड़ी पानी आ, जिहड़ा डिस्टिल्ड वाटर आ, बार बार नहीं पाना पैंदा। ठीक है, सानूं काफ़ी टाइम बाद पाना पैंदा है, वो लो मेंटेनेंस बैटरी कहंदे आ। जिस तरह बाइक्स दे विच आउंदी है कि इहदे विच पानी पाउण दी लोड़ नहीं हैगी, वो हुंदी मेंटेनेंस फ्री बैटरी। एक हुंदी है लो मेंटेनेंस बैटरी। इहदे विच सानूं काफ़ी लॉन्ग टाइम तो बाद बिल्कुल थोड़ी मात्रा दे विच पानी पाना पैंदा है। सो क्यों पाना पैंदा है? These have holes and vent for water addition and gassing respectively as it in conventional battery, but less water addition is required in low maintenance battery than conventional battery। conventional battery ਕਿਹੜੀ ਹੁੰਦੀ ਹੈ, ਜਿਹੜੀ normal ਆਪਾਂ lead acid battery use ਕਰਦੇ ਹਾਂ, ਉਹਦੇ ਵਿੱਚ ਸਾਨੂੰ ਬਾਰ-ਬਾਰ ਪਾਣੀ ਪਾਣਾ ਪੈਂਦਾ ਹੈ। ਲੇਕਿਨ ਜਿਹੜੀ low maintenance battery ਹੈ, ਇਹਦੇ ਵਿੱਚ ਸਾਨੂੰ ਕਾਫੀ ਟਾਈਮ ਬਾਅਦ, ਫੋਰ ਐਗਜ਼ਾਮਪਲ ਸਾਲ ਦੇ ਵਿੱਚ ਇੱਕ ਅੱਧੀ ਵਾਰ ਪਾਣੀ ਪਾਣਾ ਪੈਂਦਾ ਹੈ। ਠੀਕ ਹੈ, ਕਿਉਂ ਇਸ ਤਰ੍ਹਾਂ ਇਹ ਹੁੰਦਾ? ਕਿਉਂਕਿ ਇਹਦੇ ਵਿੱਚ ਜਿਹੜਾ ਅਮਾਊਂਟ ਆਫ ਐਂਟੀਮਨੀ ਇਜ਼ ਰਿਡਿਊਸਡ ਬਾਈ 3% ਫਰੋਮ ਦੀ ਗ੍ਰਿਡ ਅਲੋਏ। ਠੀਕ ਹੈ, ਸੋ ਜੇ ਤੋਂ ਆਪਾਂ ਲੈਡ ਪੈਰੋਕਸਾਈਡ ਤੇ ਸਪੰਜੀ ਲੈਡ ਬਣਾਉਂਦੇ ਆ, ਉਹ ਇੱਕ ਅਲੋਏ ਹੁੰਦਾ ਹੈ ਐਂਟੀਮਨੀ ਐਂਡ ਲੈਡ ਦਾ। ਉਹਦੇ ਵਿੱਚ ਜਿਹੜਾ ਅਲੋਏ ਆ, ਉਹਦੇ ਵਿੱਚ ਜਿਹੜਾ ਆਪਾਂ ਐਂਟੀਮਨੀ ਇੱਕ ਸਬਸਟਾਂਸ ਯੂਜ਼ ਕਰਦੇ ਆ, ਉਹਨੂੰ 3% ਘਟਾ ਦਿੰਦੇ ਆ। ਠੀਕ ਹੈ, ਸੋ ਇਹ ਸਬਸਟਾਂਸ ਅਗਰ ਘੱਟ ਹੋਏਗਾ ਤਾਂ ਜਿਹੜਾ ਪਾਣੀ ਦਾ ਲੋਸ ਹੈਗਾ, ਪਾਣੀ ਜਿਹੜਾ ਇਵੈਪੋਰੇਟ ਹੁੰਦਾ ਹੈ ਬੈਟਰੀ ਦੇ ਵਿੱਚ, ਉਹਦੀ ਵੈਲਿਊ ਘੱਟ ਹੋਏਗੀ। ਸੋ ਲੈਸ ਦੀ ਐਂਟੀਮਨੀ ਲੈਸਰ ਵਿਲ ਬੀ ਦੀ ਮੇਨਟੇਨੈਂਸ ਆਫ बैटरी। सो अगर एंटीमनी
ਦੀ ਮਾਤਰਾ ਜਿਹੜੀ ਆਪਾਂ ਪਲੇਟਾਂ ਬਣਾਈਆਂ ਉਹਦੇ ਵਿੱਚ ਐਂਟੀਮਨੀ ਦੀ ਮਾਤਰਾ ਘੱਟ ਹੈਗੀ ਆ, ਤਾਂ ਯਾਨੀ ਕਿ ਸਾਨੂੰ ਪਾਣੀ ਦੀ ਰਿਕੁਆਇਰਮੈਂਟ ਘੱਟ ਹੈਗੀ ਆ, ਸੋ ਮੇਨਟੇਨੈਂਸ ਦੀ ਰਿਕੁਆਇਰਮੈਂਟ ਵੀ ਘੱਟ ਹੈਗੀ ਆ। ਇਹ ਸਿੰਪਲ ਇੱਕ ਹੀ ਫੰਡਾ ਆ ਕਿ ਅਗਰ ਕਿਸੇ ਬੈਟਰੀ ਦੇ ਵਿੱਚ ਐਂਟੀਮਨੀ ਦੀ ਵੈਲਿਊ ਘੱਟ ਹੈਗੀ ਆ, ਸੋ ਉਹ ਬੈਟਰੀ ਦੇ ਵਿੱਚ ਮੇਨਟੇਨੈਂਸ ਘੱਟ ਹੋਏਗੀ, ਯਾਨੀ ਕਿ ਸਾਨੂੰ ਬਾਰ-ਬਾਰ ਡਿਸਟਿਲਡ ਵਾਟਰ ਨਹੀਂ ਪਾਉਣਾ ਪਏਗਾ। ਸੋ ਲਾਸਟ ਹੈਗੀ ਹੈ ਜੀ ਮੇਨਟੇਨੈਂਸ ਫ੍ਰੀ ਬੈਟਰੀ। ਮੇਨਟੇਨੈਂਸ ਫ੍ਰੀ ਬੈਟਰੀ ਆਰ ਨਾਓ ਪ੍ਰੋਡਿਊਸਿੰਗ ਸੀਲਡ ਮੇਨਟੇਨੈਂਸ ਫ੍ਰੀ ਬੈਟਰੀ। These battery do not have holes or cap. ਇਹਨਾਂ ਦੇ ਵਿੱਚ ਕੋਈ ਹੋਲ ਪਾਣੀ ਪਾਉਣ ਦੇ ਲਈ ਕੁਛ ਨਹੀਂ ਹੁੰਦਾ। This means that the battery will not need to have water added to its electrolyte during its lifetime. These batteries are required with small gas vent to escape gases and prevent from gas pressure build up in the casing. Water is never added to battery. So ਇਸ ਬੈਟਰੀ ਦੇ ਵਿੱਚ ਪਾਣੀ ਬਿਲਕੁਲ ਨਹੀਂ ਪਾਇਆ ਜਾਂਦਾ, ਬਿਲਕੁਲ ਸਮੋਲ ਹੋਲਸ ਹੁੰਦੇ ਆ ਤਾਂ ਜੋ ਜਿਹੜਾ ਵਿੱਚ ਕੈਮੀਕਲ ਰਿਐਕਸ਼ਨ ਹੋਇਆ ਉਹਦੇ ਵਿੱਚ ਕਈ ਵਾਰ ਗੈਸਿਸ ਪ੍ਰੋਡਿਊਸ ਹੁੰਦੀਆਂ ਉਹਨਾਂ ਨੂੰ ਬਾਹਰ ਕੱਢਣ ਦੇ। ਠੀਕ ਆ। The most important difference is that the material for the plate grids in conventional battery lead and antimony alloy is used for grid material. ਸੋ ਉਹਦੇ ਵਿੱਚ ਸੇਮ ਉਹੀ ਆ ਕਿ ਇਹਦੇ ਵਿੱਚ ਐਂਟੀਮਨੀ ਜਿਹੜਾ ਹੈਗਾ ਆ ਉਹਦੀ ਜਗ੍ਹਾ ਤੇ ਆਪਾਂ ਕੈਲਸ਼ੀਅਮ ਯੂਜ਼ ਕਰਦੇ ਹਾਂ, ਕੈਲਸ਼ੀਅਮ ਅਲੋਏ ਯੂਜ਼ ਕਰਦੇ ਹਾਂ। ਠੀਕ ਹੈ। ਅਗਰ ਆਪਾਂ ਕਿਸੇ ਬੈਟਰੀ ਦੇ ਵਿੱਚ ਐਂਟੀਮਨੀ ਹੈਗਾ, ਐਂਟੀਮਨੀ ਅਲੋਏ ਤੋਂ, ਐਂਟੀਮਨੀ ਲੈਡ ਅਲੋਏ ਤੋਂ ਆਪਾਂ ਜਿਹੜਾ ਲੈਡ ਪੈਰੋਕਸਾਈਡ ਨੈਗੇਟਿਵ ਪਲੇਟ ਪੋਜ਼ਿਟਿਵ ਪਲੇਟ ਬਣਾਉਂਦੇ ਹਾਂ, ਸੋ ਆਪਾਂ ਐਂਟੀਮਨੀ ਜਦੋਂ ਬਿਲਕੁਲ ਹੀ ਨਹੀਂ ਯੂਜ਼ ਕਰਾਂਗੇ ਤਾਂ ਸਾਨੂੰ ਪਾਣੀ ਦੀ ਰਿਕੁਆਇਰਮੈਂਟ ਬਿਲਕੁਲ ਨਹੀਂ ਰਹਿਣੀ। ਬਟ ਜੇ ਐਂਟੀਮਨੀ ਆਪਾਂ ਨਹੀਂ ਯੂਜ਼ ਕਰਾਂਗੇ ਸੋ ਇਹ ਬੈਟਰੀ ਥੋੜੀ ਕੋਸਟਲੀ ਹੋਏਗੀ। ਸੋ ਆਪਾਂ ਇਹਦੇ ਵਿੱਚ ਫਿਰ ਕੀ ਯੂਜ਼ ਕਰਦੇ ਹਾਂ, ਐਂਟੀਮਨੀ ਦੀ ਜਗ੍ਹਾ ਆਪਾਂ ਕੈਲਸ਼ੀਅਮ ਯੂਜ਼ ਕਰਦੇ ਹਾਂ, ਕੈਲਸ਼ੀਅਮ ਅਲੋਏ ਯੂਜ਼ ਕਰਦੇ ਹਾਂ। ਠੀਕ ਹੈ। ਕੈਲਸ਼ੀਅਮ ਅਲੋਏ acid require less charging current than antimony alloy grid, so there is less water loss from the electrolyte and lesser heat produced internally. ਠੀਕ ਹੈ। ਸੋ ਅਗਰ ਐਂਟੀਮਨੀ ਦੀ ਜਗ੍ਹਾ ਆਪਾਂ ਕੈਲਸ਼ੀਅਮ ਯੂਜ਼ ਕਰ ਰਹੇ ਹਾਂ ਸੋ ਸਾਨੂੰ ਜਿਹੜਾ ਪਾਣੀ ਦੀ ਰਿਕੁਆਇਰਮੈਂਟ ਬਿਲਕੁਲ ਨਹੀਂ ਰਹੇਗੀ ਬੈਟਰੀ ਦੇ ਲਾਈਫ ਸਾਈਕਲ ਦੇ ਵਿੱਚ, ਸਾਨੂੰ ਪਾਣੀ ਪਾਉਣ ਦੀ ਰਿਕੁਆਇਰਮੈਂਟ ਬਿਲਕੁਲ ਨਹੀਂ ਰਹੇਗੀ। ਅੱਜ ਕੱਲ੍ਹ ਇਹ ਮੋਸਟਲੀ ਬੈਟਰੀ ਇਹ ਬਾਈਕਸ ਦੇ ਵਿੱਚ ਆ ਰਹੀਆਂ ਆ। ਠੀਕ ਹੈ। ਸੋ ਇਹ ਸੀਗੀਆਂ ਟਾਈਪਸ ਆਫ ਬੈਟਰੀਜ਼। ਨੈਕਸਟ ਲੈਕਚਰ ਦੇ ਵਿੱਚ ਆਪਾਂ ਕਰਾਂਗੇ ਹਾਈਡਰੋਮੀਟਰ ਟੈਸਟ। ਠੀਕ ਹੈ। ਸੋ 4 ਤਰ੍ਹਾਂ ਦੀ ਬੈਟਰੀਜ਼ ਆਪਾਂ ਪੜ੍ਹੀਆਂ, ਵੈਟ ਚਾਰਜ ਬੈਟਰੀ, ਡਰਾਈ ਚਾਰਜ ਬੈਟਰੀ, ਲੋ ਮੇਨਟੇਨੈਂਸ ਐਂਡ ਮੇਨਟੇਨੈਂਸ। ਠੀਕ ਹੈ। ਡਿਫਰੈਂਸ ਇਹੀ ਆ ਇਲੈਕਟ੍ਰੋਲਾਈਟ। ਠੀਕ ਹੈ। ਤੇ ਐਂਟੀਮਨੀ ਦਾ, ਐਂਟੀਮਨੀ ਆਪਾਂ ਅਗਰ ਨਹੀਂ ਯੂਜ਼ ਕਰਾਂਗੇ ਸਾਨੂੰ ਪਾਣੀ ਦੀ ਰਿਕੁਆਇਰਮੈਂਟ ਬਿਲਕੁਲ ਨਹੀਂ ਹੋਏਗੀ। ਠੀਕ ਹੈ। ਸੋ ਕਿਸੇ ਦਾ ਵੀ ਕੋਈ ਡਾਊਟ ਹੋਇਆ ਨੈਕਸਟ ਲੈਕਚਰ ਦੇ ਵਿੱਚ ਆਪਣੇ ਡਾਊਟਸ ਜਦੋਂ ਜ਼ੂਮ ਸੈਸ਼ਨ ਤੇ ਲਾਈਵ ਹੋਵਾਂਗੇ ਕਲੀਅਰ ਕਰ ਲਿਓ। ਥੈਂਕ ਯੂ।